ਪਸ਼ੂ ਪ੍ਰੇਮੀ ਕਹੀਏ ਜਾਂ ਸਮਾਜ ਸੇਵੀ, ਇੱਕ ਨਾਮ ਐਡਵੋਕੇਟ ਬਾਜਵਾ ਜਿਹੜਾ ਕਿ ਪਠਾਨਕੋਟ ਦੇ ਵਿੱਚ ਸਾਹਮਣੇ ਨਾਮ ਉਹਨਾਂ ਦਾ ਆ ਹੀ ਜਾਂਦਾ। ਜਦ ਵੀ ਘਰੋਂ ਨਿਕਲਦੇ ਨੇ ਤੇ ਜਿਹੜੇ ਵੀ ਕੋਈ ਪਸ਼ੂ ਰਸਤੇ 'ਚ ਮਿਲਦੇ ਹੈਗੇ ਨੇ ਜਾਂ ਕੋਈ ਵੀ ਦਬੇ ਕੁਚਲੇ ਲੋਕ ਅਸੀਂ ਕਹਿ ਸਕਦੇ ਹਾਂ, ਗਰੀਬ ਲੋਕ ਜਿਹੜੇ ਕਹਿ ਸਕਦੇ ਹਾਂ ਅਸੀਂ, ਜਿਨ੍ਹਾਂ ਦਾ ਕੋਈ ਆਸ਼ਿਆਨਾ ਨਹੀਂ ਹੁੰਦਾ, ਉਹਨਾਂ ਦੀ ਮਦਦ ਵਾਸਤੇ ਜਿਹੜਾ ਹਰ ਸਮੇਂ ਇਹ ਅੱਗੇ ਰਹਿੰਦੇ ਹੈਗੇ ਨੇ। ਜਿਸ ਤਰ੍ਹਾਂ ਇਸ ਸਮੇਂ ਠੰਡ ਦਾ ਮਹੀਨਾ ਚੱਲਦਾ ਪਿਆ, ਦਸੰਬਰ ਦਾ ਮਹੀਨਾ ਚੱਲਦਾ ਪਿਆ ਹੈਗਾ, ਕਾਫੀ ਠੰਡ ਵੀ ਹੈਗੀ ਹੈ। ਉਸ ਦੇ ਚਲਦੇ ਲੋਕ ਜਿਨ੍ਹਾਂ ਦਾ ਆਪਣਾ ਆਸ਼ਿਆਨਾ ਨਹੀਂ ਹੈਗਾ ਸੜਕਾਂ 'ਤੇ ਰਾਤਾਂ ਗੁਜ਼ਾਰਦੇ ਨੇ ਔਰ ਠੰਡ ਔਰ ਧੁੰਦ ਦੇ ਚਲਦੇ ਕਾਫੀ ਮੁਸ਼ਕਿਲ ਹੁੰਦੀ ਹੈ। ਉਹਨਾਂ ਦੇ ਚਲਦੇ ਜਿਹੜੇ ਇਹ ਸਾਹਮਣੇ ਆਇਆ, ਉਹਨਾਂ ਦੀ ਮਦਦ ਵੀ ਜਿਹੜੀ ਆ ਉਹ ਕਰਦੇ ਪਏ ਹੈਗੇ ਨੇ, ਜੁੜੇ ਵੀ ਪਏ ਨੇ। ਗੱਲ ਵੀ ਅਸੀਂ ਕਰਦੇ ਹਾਂ, ਕੀ ਕਹਿਣਾ ਹੈਗਾ। ਸਵਾਗਤ ਹੈ ਜੀ ਡੇਲੀ ਟਾਈਮਸ ਪੰਜਾਬੀ। ਸਤਿ ਸ਼੍ਰੀ ਅਕਾਲ ਜੀ। ਬਾਇਓ ਸਾਹਿਬ, ਦੇਖਿਆ ਕਿ ਤੁਸੀਂ ਜਿਹੜੇ ਕਿ ਜਾਨਵਰ ਹੈਗੇ ਨੇ, ਅਵਾਰਾ ਪਸ਼ੂ ਜਿਹੜੇ ਹੈਗੇ ਨੇ, ਉਹਨਾਂ ਦੀ ਵੀ ਕਾਫੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪਸ਼ੂ ਪ੍ਰੇਮੀ ਤੁਸੀਂ ਹੈਗੇ ਹੋ ਔਰ ਉਸ ਦੇ ਨਾਲ ਨਾਲ ਸਮਾਜ ਸੇਵੀ ਵੀ ਹੈਗੇ ਹੋ। ਕੀ ਕਹਿਣਾ ਹੈਗਾ ਤੁਸੀਂ? ਸਮਾਜ ਸੇਵੀ ਕਿਹਾ ਜਾ ਸਕਦਾ, ਮੈਂ ਆਪਣੇ ਆਪ ਨੂੰ ਇੰਨਾ ਮਾਣ ਨਹੀਂ ਬਖਸ਼ਾਂਗਾ। ਮੈਂ ਇੱਕ ਜ਼ਰੀਆ ਮਾਤਰ ਹੀ ਹੈਗਾ, ਇੱਕ ਬੂੰਦ ਮਾਤਰ ਹੀ ਹੈਗਾ ਵਾਂ ਕਿ ਕਿਸੇ ਦੀ ਸੇਵਾ ਕਰ ਸਕਾਂ। ਅਗਰ ਵਾਹਿਗੁਰੂ ਸਾਹਿਬਾਨ ਮੇਰੇ ਥਰੂ ਕਿਸੇ ਦੀ ਸੇਵਾ ਕਰਾਉਣਾ ਚਾਹੁੰਦੇ ਆ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗਾ। ਇਹ ਪੋਹ ਦਾ ਮਹੀਨਾ ਚੱਲ ਰਿਹਾ ਜਿਹੜਾ ਸਾਡੇ ਸਿੱਖ ਧਰਮ ਵਾਸਤੇ ਇੱਕ ਬੜਾ ਮਾਨੇ ਮਹੀਨਾ ਹੈਗਾ। ਇਹ ਉਹੀ ਮਹੀਨਾ ਹੈ ਜਦੋਂ ਸਾਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਇਹ ਪੋਹ ਦੇ ਮਹੀਨੇ ਠੰਡ ਵਿੱਚ ਮੁਗਲਾਂ ਨਾਲ ਜੰਗ ਲੜ ਕੇ ਉਹਨਾਂ ਦੇ 2 ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਦੇ ਸਿਰ ਕਲਮ ਹੋ ਗਏ। ਉਹਨਾਂ ਦੇ 2 ਛੋਟੇ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਜਦੋਂ ਨਵਾਬ ਸਰਹੰਦ ਅੱਗੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ ਤੇ ਨਵਾਬ ਸਰਹੰਦ ਵਜ਼ੀਰ ਖਾਨ ਨੇ ਉਹਨਾਂ ਨੂੰ ਸਰਹੰਦ ਦੀ ਨੀਹਾਂ ਵਿੱਚ ਨਵਾ ਦਿੱਤਾ। ਇਹ ਉਹ ਮਹੀਨਾ ਹੈਗਾ। ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਸਦਕੇ, ਰਹਿਤ ਮਰਿਆਦਾ ਸਦਕੇ, ਇੱਕ ਦਸਵੰਧ ਸਦਕੇ ਆਪਣਾ ਕੋਈ ਨਾ ਕੋਈ ਕਰਤੱਵ ਇਹ ਦਬੀ ਕੁਚਲੀ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਪ੍ਰਤੀ ਅਪਣਾਉਣਾ ਚਾਹੀਦਾ। ਅਸੀਂ ਤਾਂ ਸਾਰੇ ਸਮਰਿੱਧ ਹੈਗੇ ਹਾਂ, ਸਾਡੇ ਕੋਲ ਤਾਂ ਕਾਫੀ ਸਮਾਨ ਹੈਗਾ, ਕਾਫੀ ਚੀਜ਼ਾਂ ਹੈਗੀਆਂ, ਅਸੀਂ ਆਪਣਾ ਇੰਤਜ਼ਾਮ ਕਰ ਸਕਦੇ ਹਾਂ। ਅਸੀਂ ਆਪਣੇ ਘਰ ਬੰਦ ਕਰਕੇ 4-5 ਕੰਬਲ ਲੈ ਕੇ, ਰਜਾਈਆਂ ਲੈ ਕੇ, ਬਲੋਅਰ ਲਾ ਕੇ, ਹੀਟਰ ਲਾ ਕੇ ਆਪਣੇ ਆਪ ਨੂੰ ਗਰਮੀ ਪ੍ਰਦਾਨ ਕਰਦੇ ਹਾਂ। ਤਦ ਵੀ ਜਦ ਅਸੀਂ ਆਪਣੇ ਘਰ ਦਾ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹਦੇ ਹਾਂ, ਇੱਕ ਸ਼ੀਤ ਲਹਿਰ ਚੱਲਦੀ ਆ, ਅਸੀਂ ਅੰਦਰ ਤੱਕ ਟੁੱਟ ਜਾਂਦੇ ਹਾਂ, ਅਸੀਂ ਉਸੇ ਟਾਈਮ ਆਪਣਾ ਦਰਵਾਜ਼ਾ ਬੰਦ ਕਰ ਦਿੰਦੇ ਹਾਂ। ਪਰ ਇਹ ਲੋਕਾਂ ਵੱਲ ਵੀ ਦੇਖਣਾ ਚਾਹੀਦਾ ਜਿਹੜੇ ਓਪਨ ਦੇ ਵਿੱਚ ਰੋਡ ਸਾਈਡ 'ਤੇ ਫੁੱਟਪਾਥਾਂ 'ਤੇ ਰਹਿਣ ਨੂੰ ਮਜਬੂਰ ਹੈਗੇ ਆ। ਇਹਨਾਂ ਦਾ ਕੋਈ ਕਸੂਰ ਤਾਂ ਨਹੀਂ ਹੈਗਾ, ਪਰ ਸਿਸਟਮ ਇੱਕ ਇਹੋ ਜਿਹਾ ਚੱਲ ਰਿਹਾ, ਇੱਕ ਢਾਂਚਾ ਇਹੋ ਜਿਹਾ ਹੈਗਾ ਸਮਾਜ ਦਾ ਕਿ ਕੋਈ ਸਮਰਿੱਧ ਹੈਗਾ, ਕੋਈ ਦਬਿਆ ਕੁਚਲਿਆ ਹੈਗਾ, ਜ਼ਮੀਨ ਅਸਮਾਨ ਦਾ ਫਰਕ ਹੈਗਾ। ਅਤੇ ਅਗਰ ਇਹਨਾਂ ਵਾਸਤੇ ਅਸੀਂ ਕੁਝ ਕਰ ਸਕੀਏ ਤਾਂ ਇੱਕ ਆਨੰਦ ਦੀ ਪ੍ਰਾਪਤੀ ਹੋਏਗੀ। 2 ਕੌਨਸੈਪਟ ਹੈਗੇ ਹੈ ਸਾਈਕੋਲੋਜੀ ਦੇ ਵਿੱਚ, ਇੱਕ ਹੈਗਾ ਐਂਪਥੀ, ਇੱਕ ਹੈ ਸਿੰਪਥੀ। ਸਿੰਪਥੀ ਹੁੰਦਾ ਕਿਸੇ ਦੀ ਮਜਬੂਰੀ ਨੂੰ ਸਮਝਣਾ, ਐਂਪਥੀ ਹੁੰਦਾ ਉਸੀ ਮਜਬੂਰੀ 'ਚੋਂ ਨਿਕਲਣਾ ਅਤੇ ਫਿਰ ਤੁਹਾਨੂੰ ਸਮਝ ਆਉਣੀ। ਮੈਂ ਇਹੀ ਸੋਚਦਾ ਵਾਂ ਕਿ ਮੈਂ ਘੰਟਾ 2 ਘੰਟਾ ਠੰਡ ਵਿੱਚ ਖੜ੍ਹਾ ਹੋਵਾਂ ਕਿ ਮੈਨੂੰ ਇਹਨਾਂ ਦੀ ਮਜਬੂਰੀ ਦਾ ਸਮਝ ਲੱਗੇ ਕਿ ਇਹ ਕੀ ਮਹਿਸੂਸ ਕਰਦੇ ਹੈ ਜਦੋਂ ਠੰਡੀ ਹਵਾ ਇਹਨਾਂ ਦੇ ਸਰੀਰ 'ਤੇ ਪੈਂਦੀ ਹੈ, ਜਦੋਂ ਇਹਨਾਂ ਕੋਲ ਕੱਪੜੇ ਨਹੀਂ ਹੁੰਦੇ। ਮੈਂ ਇਸੇ ਕਾਰਨ ਇਹ ਆਪਣੇ 'ਤੇ ਅਨੁਭਵ ਕੀਤਾ ਅਤੇ ਇਹ ਨਤੀਜੇ 'ਤੇ ਪਹੁੰਚਿਆ ਕਿ ਮੈਂ ਜ਼ਿਆਦਾ ਤਾਂ ਨਹੀਂ ਕਰ ਸਕਦਾ, ਪਰ ਮੈਂ ਇਹਨਾਂ ਵਾਸਤੇ ਕੁਝ ਕੰਬਲਾਂ ਦਾ ਇੰਤਜ਼ਾਮ ਕੀਤਾ ਅਤੇ ਅੱਜ ਮੈਂ ਇਹਨਾਂ ਨੂੰ ਦੇਣ ਆਇਆ ਵਾਂ ਅਤੇ ਮੈਨੂੰ ਇੱਕ ਬੜੇ ਆਨੰਦ ਦੀ ਪ੍ਰਾਪਤੀ ਹੋਈ ਹੈ। ਮੈਂ ਸੱਚੇ ਪਿਤਾ ਵਾਹਿਗੁਰੂ ਸਾਹਿਬ ਨੂੰ ਅੱਜ ਸ਼ਕਲ ਦਿਖਾਉਣ ਦੇ ਕਾਬਲ ਹੋਇਆ ਵਾਂ ਕਿ ਮੈਂ ਉਹ ਜ਼ਰੀਆ ਬਣਿਆ ਵਾਂ ਜਿਹੜਾ ਇਹਨਾਂ ਵਾਸਤੇ ਕੁਝ ਕਰ ਸਕਿਆ, ਜਿਹਨੇ ਇਹਨਾਂ ਵਾਸਤੇ ਥੋੜ੍ਹੀ ਜਿਹੀ ਗਰਮੀ ਪ੍ਰਦਾਨ ਕੀਤੀ ਅਤੇ ਇਹਨਾਂ ਨੂੰ ਠੰਡ ਤੋਂ ਥੋੜ੍ਹੀ ਜਿਹੀ ਰਾਹਤ ਦਿੱਤੀ ਜੀ। ਭਾਈ ਸਾਹਿਬ, ਜਿਸ ਤਰ੍ਹਾਂ ਦੇਖਿਆ ਕਿ ਕਾਫੀ ਠੰਡ ਹੈਗੀ ਹੈ ਔਰ ਤੁਸੀਂ ਬਾਹਰ ਵੀ ਕਾਫੀ ਲੋਕਾਂ ਨੂੰ ਕੰਬਲ ਵੀ ਦਿੱਤੇ ਆ, ਹੋਰ ਵੀ ਕਾਫੀ ਸਮਾਨ ਦਿੰਦੇ ਹੋ ਔਰ ਤੁਸੀਂ ਕਾਫੀ ਹੋਰ ਤਰ੍ਹਾਂ ਵੀ ਮਦਦ ਵੀ ਕਰਦੇ ਹੋ। ਅੱਜ ਵੀ ਜਿਹੜੇ ਇੱਥੇ ਲੋਕ ਆ, ਠੰਡ ਦੇਖਿਆ ਕਾਫੀ ਆ, ਧੁੰਦ ਵੀ ਪੈਂਦੀ ਹੈਗੀ ਆ, ਪੋਹ ਦਾ ਮਹੀਨਾ ਵੀ ਹੈਗਾ, ਕੰਬਲ ਵੀ ਦਿੱਤੇ ਆ, ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ? ਮੈਨੂੰ ਬੜਾ ਅੱਛਾ ਮਹਿਸੂਸ ਹੋ ਰਿਹਾ ਜੀ, ਇੱਕ ਆਨੰਦ ਦੀ ਅਨੁਭੂਤੀ ਹੋ ਰਹੀ ਹੈ ਜੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਰੱਬ ਨੇ ਮੈਨੂੰ ਇਹੋ ਜਿਹੇ ਵਸੀਲੇ ਪ੍ਰਦਾਨ ਕੀਤੇ ਹੈ ਜਿਨ੍ਹਾਂ ਨੂੰ ਮੈਂ ਵਰਤ ਕੇ ਇਹ ਗਰੀਬਾਂ, ਇਹ ਦੱਬੇ ਕੁਚਲੇ ਲੋਕਾਂ ਦੀ ਕੁਝ ਮਦਦ ਕਰ ਸਕਾਂ, ਇਹਨਾਂ ਨੂੰ ਕੁਝ ਰਾਹਤ ਦੇ ਸਕਾਂ ਅਤੇ ਇਹਨਾਂ ਦੀ ਜ਼ਿੰਦਗੀ ਜਿੰਨੀ ਹੋ ਸਕੇ ਥੋੜ੍ਹੀ ਬਹੁਤੀ ਖੁਸ਼ ਕਰ ਸਕਾਂ, ਇਹਨਾਂ ਦੀਆਂ ਮੁਸ਼ਕਲਾਂ ਨੂੰ ਥੋੜ੍ਹਾ ਬਹੁਤਾ ਹੱਲ ਕਰ ਸਕਾਂ। ਜਿਸ ਤਰ੍ਹਾਂ ਅੱਜ ਥੋੜ੍ਹੀ ਬਹੁਤੀ ਇਹਨਾਂ ਦੀ ਮੈਂ ਠੰਡ ਹੱਲ ਕੀਤੀ ਹੈ, ਮੈਂ ਅੱਗੇ ਵੀ ਚਾਹਾਂਗਾ ਕਿ ਸੱਚੇ ਵਾਹਿਗੁਰੂ ਸਾਹਿਬਾਨ ਮੈਨੂੰ ਇਹੋ ਜਿਹੇ ਮੌਕੇ ਪ੍ਰਦਾਨ ਕਰਦੇ ਰਹਿਣ ਕਿ ਇਹਨਾਂ ਦੀ ਮੈਂ ਖੁਸ਼ੀ ਦਾ ਜ਼ਰੀਆ ਬਣ ਸਕਾਂ ਜੀ।
ਬਸ ਇਹ ਤੁਸੀਂ ਕਦੀ ਕਿਤੇ ਹੀ ਕਰਦੇ ਹੋ, ਜਿਸ ਤਰ੍ਹਾਂ ਕਿ ਅੱਜ 31 ਦਸੰਬਰ ਹੈਗੀ ਹੈ ਕਿ ਉਹਨੂੰ ਲੈ ਕੇ ਤੁਸੀਂ ਇਹਨਾਂ ਨਾਲ ਸੈਲੀਬ੍ਰੇਟ ਕਰਦੇ ਪਿਓ ਜਾਂ ਕੋਈ ਹਾਲਾਤ ਹੋਰ ਚੇਂਜ ਹੋ ਰਹੇ ਨੇ? ਦੇਖੋ 31 ਦਸੰਬਰ ਆਈਆਂ ਵੀ ਹੈ, ਗਈਆਂ ਵੀ ਹੈ, ਪਰ ਇਹਨਾਂ ਦੇ ਹਾਲਾਤ ਉੱਥੇ ਹੀ ਹੈਗੇ ਹੈ। ਇਸ ਕਾਰਨ ਦਿਨ ਮਾਤਰ ਦਾ ਕੋਈ ਮਤਲਬ ਨਹੀਂ ਬਣਦਾ। ਮੈਨੂੰ ਜਦੋਂ ਵੀ ਸਮੇਂ ਲੱਗਦਾ ਜਾਂ ਮੈਂ ਸਮੇਂ ਕੱਢਦਾ ਵਾਂ, ਮੈਂ ਇਹਨਾਂ ਦੀ ਮਦਦ ਵਾਸਤੇ ਹਰ ਵਾਰੀ ਆਉਂਦਾ ਵਾਂ ਜੀ। 31 ਮਾਰਚ ਕੋਈ ਕ੍ਰਾਈਟੀਰੀਆ ਨਹੀਂ ਹੈ ਜੀ, ਠੰਡ ਸੇਮ ਹੀ ਹੈਗੀ ਹੈ ਜੀ। ਜਿਸ ਤਰ੍ਹਾਂ ਤੁਹਾਡਾ ਪੇਸ਼ਾ ਇੱਕ ਵਕੀਲ ਵਜੋਂ ਹੈਗਾ, ਇਹ ਕਾਫੀ ਬਿਜ਼ੀ ਜਿਹੜੀ ਤੁਹਾਡੀ ਨਾ ਲਾਈਫ ਵੀ ਹੁੰਦੀ ਹੈਗੀ ਹੈ। ਐਨੀਮਲ ਲਵਰ ਵੀ ਤੁਸੀਂ ਹੈਗੇ ਹੋ। ਮੈਂ ਦੇਖ ਰਿਹਾ ਕਿ ਲੋਕਾਂ ਦੇ ਵੀ ਜਿਹੜੇ ਦੱਬੇ ਕੁਚਲੇ ਹੈਗੇ ਨੇ ਉਹਨਾਂ ਦੀ ਵੀ ਤੁਸੀਂ ਸੇਵਾ ਕਰਦੇ ਪਏ ਹੋ। ਕਿਸ ਤਰ੍ਹਾਂ ਤੁਸੀਂ ਟਾਈਮ ਜਿਹੜਾ ਆਪਣਾ ਕੱਢ ਪਾਉਂਦੇ ਹੋ? ਟਾਈਮ ਕੱਢਣਾ ਕੋਈ ਮੁਸ਼ਕਲ ਨਹੀਂ ਹੈਗਾ। ਅਸੀਂ 24 ਘੰਟਿਆਂ 'ਚੋਂ ਵੱਧ ਤੋਂ ਵੱਧ 5-6 ਘੰਟੇ ਜਾਂ 12 ਘੰਟੇ ਹੀ ਕੰਮ ਕਰਦੇ ਹਾਂ। ਬਾਕੀ ਦਾ ਸਮੇਂ ਆਪਾਂ ਸੌਂਦੇ ਹਾਂ, ਖਾਂਦੇ ਪੀਂਦੇ ਹਾਂ ਜਾਂ ਆਪਣੇ ਆਨੰਦ ਪ੍ਰਾਪਤ ਕਰਦੇ ਹਾਂ। ਅਤੇ ਕੁਝ ਸਮੇਂ ਅਸੀਂ ਆਨੰਦ ਪ੍ਰਾਪਤ ਨਹੀਂ ਕਰਾਂਗੇ ਅਤੇ ਲੋਕਾਂ ਦੇ ਆਨੰਦ ਦਾ ਇੱਕ ਜ਼ਰੀਆ ਬਣ ਸਕੀਏ, ਅੱਛਾ ਹੁੰਦਾ ਹੈਗਾ। ਜਿਸ ਤਰ੍ਹਾਂ ਕਈ ਲੋਕ ਹੋਰ ਵੀ ਹੈਗੇ ਨੇ, ਬਾਜ਼ਾਰਾਂ 'ਚ ਨਿਕਲਦੇ ਨੇ ਜਾਂ ਸਟੇਸ਼ਨ, ਜਿਸ ਤਰ੍ਹਾਂ ਇਹ ਦਬੇ ਕੁਚਲੇ ਲੋਕ ਹੁੰਦੇ ਨੇ ਜਿਹੜੇ ਆਪਣੇ ਘਰ-ਬਾਰ ਜਿਨ੍ਹਾਂ ਦਾ ਨਹੀਂ ਹੁੰਦਾ, ਆਪਣਾ ਆਸ਼ਿਆਨਾ ਨਹੀਂ ਹੁੰਦਾ ਹੈਗਾ। ਲੱਗਦਾ ਨਹੀਂ ਕਿ ਉਹ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡਾ ਸਮਾਜ ਜਿਹੜਾ ਉਹ ਖੁਸ਼ਹਾਲ ਹੋ ਸਕਦਾ? ਦੇਖੋ ਗੱਲ ਤੇ ਤੁਹਾਡੀ ਬਿਲਕੁਲ ਦਰੁਸਤ ਹੈਗੀ ਹੈ। ਇੱਕ ਇਨਸਾਨ ਜਾਂ ਕੁਛ ਇਨਸਾਨ ਅਗਰ ਚਾਹਣ ਤਾਂ ਇਹਨਾਂ ਦੀ ਪੂਰੀ ਮਦਦ ਨਹੀਂ ਕਰ ਸਕਦੇ। ਜਦ ਤੱਕ ਸਾਰਾ ਸਮਾਜ ਇਕਜੁੱਟ ਹੋ ਕੇ ਇਹਨਾਂ ਦੀ ਮਦਦ ਨੂੰ ਅੱਗੇ ਨਾ ਆਏ ਤੇ ਪਹਿਲੇ ਆਪਣੇ ਤੇ ਬਿਤਾਓ ਨਾ। ਪਹਿਲੇ ਇਹ ਸਮਝੋ ਕਿ ਠੰਡੀ ਰਾਤਾਂ ਦੇ ਵਿੱਚ ਬਿਨਾਂ ਕੱਪੜੇ ਤੋਂ ਤੁਸੀਂ ਕੀ ਮਹਿਸੂਸ ਕਰਦੇ ਹੋ, ਤਾਂ ਹੀ ਤੁਸੀਂ ਇਹਨਾਂ ਦੀ ਮਹਿਸੂਸੀਅਤ ਨੂੰ ਸਮਝੋਗੇ ਤੇ ਤੁਹਾਡੇ ਵਿੱਚ ਆਪ ਹੀ ਨਵੀਂ ਚੀਜ਼ਾਂ ਇਨਕਲਕੇਟ ਹੋਣਗੀਆਂ। ਤੁਸੀਂ ਆਪ ਹੀ ਮੂਹਰੇ ਆ ਕੇ ਬਿਨਾਂ ਕਿਸੇ ਦੇ ਕਹਿਣ ਤੇ ਵੋਲੰਟਰਲੀ ਇਹਨਾਂ ਦੀ ਮਦਦ ਕਰਨ ਵਾਸਤੇ ਅੱਗੇ ਆਓਗੇ। ਇਹ ਮਦਦ ਨਹੀਂ ਹੈਗਾ, ਇਹ ਉਹਨਾਂ ਦਾ ਹੱਕ ਹੈਗਾ। ਜਿਹੜਾ ਤੁਸੀਂ ਇੱਕ ਸਮਰਿੱਧ ਪਰਿਵਾਰ ਵਿੱਚ ਜਨਮ ਲੈਣ ਕਾਰਨ ਇਹਨਾਂ ਦੇ ਵੱਲ ਤੁਹਾਡਾ ਇੱਕ ਹੱਕ, ਤੁਹਾਡਾ ਡਿਊਟੀ ਬਣਦੀ ਆ ਤੇ ਉਹ ਡਿਊਟੀ ਤੁਸੀਂ ਪਰਫਾਰਮ ਕਰਨੀ ਚਾਹੀਦੀ ਆ। ਵੈਸੇ ਇੱਕ ਚੀਜ਼ ਹੋਰ ਦੇਖੀਏ ਕਿ ਜਿਹੜੇ ਸਰਕਾਰਾਂ ਕਹਿੰਦੇ ਕਿ ਰਹਿਣ ਬਸੇਰੇ ਜਿਹੜੇ ਆ ਅਸੀਂ ਇਸ ਤਰ੍ਹਾਂ ਦੇ ਲੋਕਾਂ ਵਾਸਤੇ ਰੱਖੇ ਦੇ ਨੇ ਤਾਂ ਕਿ ਉੱਥੇ ਸ਼ੈਲਟਰ ਲੈ ਸਕਣ ਔਰ ਰਾਤ ਆਪਣਾ ਉੱਥੇ ਬਿਤਾ ਸਕਣ, ਲੇਕਿਨ ਉਹਦੇ ਬਾਵਜੂਦ ਵੀ ਇਹ ਸਰਕਾਰਾਂ ਕੋਈ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਕਰਦੀਆਂ ਹੈਗੀਆਂ ਕਿ ਇਹ ਲੋਕਾਂ ਨੂੰ ਰਹਿਣ ਬਸੇਰਿਆਂ ਤੱਕ ਪਹੁੰਚਾਇਆ ਜਾਏ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੀਅਰਲੀ ਇੱਕ ਰਹਿਣ ਬਸੇਰੇ ਬਣਾ ਕੇ ਉੱਥੇ ਬੋਰਡ ਲਾ ਕੇ ਪੰਜਾਬ ਸਰਕਾਰ ਜਾਂ ਹਿੰਦੁਸਤਾਨ ਸਰਕਾਰ ਤੇ ਮਸਲਾ ਸੋਲਵ ਨਹੀਂ ਹੋ ਜਾਂਦਾ। ਇਹਨਾਂ ਜਿਹੜੇ ਜਿੱਥੇ ਲੋਕ ਬੈਠੇ ਆ ਠੰਡਾਂ ਦੇ ਵਿੱਚ, ਉੱਥੇ ਜਾਣਾ ਚਾਹੀਦਾ। ਇਹਨਾਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ। ਇਹਨਾਂ ਨੂੰ ਰਹਿਣ ਬਸੇਰੇ ਦੇ ਅੰਦਰ ਰੱਖਣਾ ਚਾਹੀਦਾ। ਇਹਨਾਂ ਦੀ ਸਾਰੀ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ। ਮੇਰਲੀ ਰਹਿਣ ਬਸੇਰੇ ਦਾ ਕੋਈ ਫਾਇਦਾ ਨਹੀਂ ਹੈਗਾ ਜਦ ਤੱਕ ਅੰਦਰ ਫ੍ਰੀ ਫੂਡ ਨਾ ਅਵੇਲੇਬਲ ਹੋਏ, ਗਰਮ ਕੱਪੜੇ ਨਾ ਅਵੇਲੇਬਲ ਹੋਣ। ਇਹ ਸਾਰੀ ਫੈਸਿਲਿਟੀਜ਼ ਕ੍ਰੀਏਟ ਕਰਨ ਤੋਂ ਬਾਅਦ ਹੀ ਰਹਿਣ ਬਸੇਰੇ ਦਾ ਸਹੀ ਅਸੀਂ ਮਹੱਤਵ ਇਹਨਾਂ ਨੂੰ ਸਮਝਾ ਸਕਾਂਗੇ ਤੇ ਇਹਨਾਂ ਨੂੰ ਉਹਦਾ ਫਾਇਦਾ ਹੋ ਸਕੇਗਾ। ਨਹੀਂ ਤਾਂ ਇਹ ਵੋਟ ਬੈਂਕ, ਨਹੀਂ ਤਾਂ ਇਹ ਸਿਰਫ ਇੱਕ ਵੋਟ ਬੈਂਕ ਪੋਲਿਟਿਕਸ ਬਣ ਕੇ ਰਹਿ ਜਾਏਗਾ ਜੀ। ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈਗਾ, ਜਿਸ ਤਰ੍ਹਾਂ ਇਹ ਬਾਹਰ ਨਾ ਰਹਿਣ, ਕਾਫੀ ਠੰਡ ਵੀ ਹੈਗੀ ਹੈ, ਉਹਨਾਂ ਨੂੰ ਵੀ ਕੋਈ ਨਾ ਕੋਈ ਉਪਰਾਲੇ ਕਰਨੇ ਚਾਹੀਦੇ ਨੇ। ਸਰਕਾਰਾਂ ਨੂੰ ਸਭ ਤੋਂ ਪਹਿਲੇ ਤਾਂ ਸੰਵੇਦਨਸ਼ੀਲ ਹੋਣਾ ਪਏਗਾ ਜੀ। ਇਹਨਾਂ ਦੀਆਂ ਕਠਿਨਾਈਆਂ ਨੂੰ ਸਮਝਣਾ ਪਏਗਾ ਜੀ। ਥੋੜ੍ਹਾ ਬਹੁਤਾ ਆਪਣੇ 'ਤੇ ਭੋਗਣਾ ਪਏਗਾ ਜੀ। ਤਦ ਹੀ ਉਹ ਇਹਨਾਂ ਦੀ ਜਿਹੜੀ ਹੈਗੀ ਹੈ ਸਮਾਜਿਕ ਸਥਿਤੀ ਜਾਂ ਇਹਨਾਂ ਦੀ ਸਰੀਰਕ ਸਥਿਤੀ ਨੂੰ ਸਮਝ ਸਕਦੇ ਹੈਗੇ ਆ। ਉਹਨਾਂ ਨੂੰ ਸਮਝਣਾ ਚਾਹੀਦਾ ਉਹ ਸਾਡੇ ਹੀ ਨੁਮਾਇੰਦੇ ਹੈਗੇ ਆ, ਸਾਡੇ ਵੋਟਾਂ 'ਤੇ ਬਣੇ ਆ। ਉਹਨਾਂ ਦੀਆਂ ਡਿਊਟੀ ਸਾਡੇ ਵਾਲੇ ਪਾਸੇ ਹੀ ਹੈਗੀਆਂ ਤੇ ਉਹ ਉਹਨਾਂ ਨੂੰ ਪਰਫਾਰਮ ਕਰਨੀਆਂ ਚਾਹੀਦੀਆਂ। ਉਹਨਾਂ ਦਾ ਧਰਮ ਬਣਦਾ, ਸਾਡਾ ਹੱਕ ਬਣਦਾ। ਇਹਨਾਂ ਦਾ ਤਾਂ ਹੱਕ ਸਾਡੇ ਤੋਂ ਜ਼ਿਆਦਾ ਬਣਦਾ ਹੈਗਾ। ਬਾਜੂ ਜਿਹੜਾ ਦੇਖਿਆ ਤੁਸੀਂ ਇਹ ਲੋਕਾਂ ਨੂੰ ਤਾਂ ਤੁਸੀਂ ਕਾਫੀ ਮਦਦ ਕਰਦੇ ਪਿਓ, ਐਨੀਮਲ ਲਵਰ ਵੀ ਹੈਗੇ ਹੋ। ਮੈਂ ਦੇਖਿਆ ਕਿ ਕਾਫੀ ਜਿਹੜੇ ਅਵਾਰਾ ਪਸ਼ੂ ਜਿਹੜੇ ਹੈਗੇ ਨੇ, ਡੋਗੀ ਵਗੈਰਾ ਜਿਹੜੇ ਹੈਗੇ ਨੇ, ਉਹ ਵੀ ਠੰਡ 'ਚ ਘੁੰਮਦੇ ਹੈਗੇ ਨੇ। ਉਹਨਾਂ ਲਈ ਵੀ ਕੋਈ ਉਪਰਾਲਾ ਹੈਗਾ? ਹਾਂ ਬਿਲਕੁਲ ਹੈਗਾ ਜੀ। ਉਹਨਾਂ ਵਾਸਤੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਦੁਕਾਨਾਂ ਤੋਂ ਜਾ ਕੇ ਉਹਨਾਂ ਵਾਸਤੇ ਕੋਟਸ ਖਰੀਦੋ ਜਾਂ ਜੈਕਟਸ ਖਰੀਦੋ। ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਤੁਸੀਂ ਥੋੜ੍ਹਾ ਜਿਹਾ ਤਰਪਾਲ ਲੈ ਲਓ, ਉਹਦੇ ਤੋਂ ਉਹਨਾਂ ਦੇ ਕੋਟ ਬਣਾ ਕੇ ਜਿੱਥੇ ਤੁਹਾਨੂੰ ਲੱਗਦਾ ਹੈ ਉੱਥੇ ਉਹਨਾਂ ਨੂੰ ਪਹਿਨਾਓ। ਉਹਨਾਂ ਦੀ ਵੀ ਥੋੜ੍ਹੀ ਠੰਡ ਤੋਂ ਰਾਹਤ ਹੋਏ। ਉਹ ਤਾਂ ਬੇਜ਼ੁਬਾਨ ਹੈਗੇ ਆ। ਇਹ ਜਿਹੜੇ ਸਲਮ ਡਿਵੈਲਪਰਸ ਹੈਗੇ ਆ ਜਾਂ ਰਾਹ ਚੱਲਦੇ ਲੋਕ ਬੈਠੇ ਆ, ਇਹ ਤਾਂ ਆਪਣੀ ਵਿਅਥਾ ਤੁਹਾਨੂੰ ਦੱਸ ਦੇਣਗੇ, ਐਕਸਪਲੇਨ ਕਰ ਦੇਣਗੇ। ਡੌਗਸ, ਕੈਟਸ, ਸਟ੍ਰੇ ਐਨੀਮਲਸ ਤੁਹਾਨੂੰ ਥੋੜ੍ਹੀ ਦੱਸਣਗੇ। ਵੱਧ ਤੋਂ ਵੱਧ ਰੋ ਸਕਦੇ ਆ, ਬਾਹ ਕਰ ਸਕਦੇ ਆ। ਇਸ ਵਾਸਤੇ ਉਹਨਾਂ ਵੱਲ ਤੁਹਾਡੀ ਡਿਊਟੀ ਹੋਰ ਵੀ ਜ਼ਿਆਦਾ ਬਣਦੀ ਆ ਕਿ ਤੁਸੀਂ ਪਰਫਾਰਮ ਕਰੋ। ਉਹ ਵੀ ਇੱਕ ਤੁਹਾਡੇ ਦੁਨੀਆ ਦਾ ਹੀ ਹਿੱਸਾ ਹੈਗੇ ਅਤੇ ਉਹਨਾਂ ਨੂੰ ਵੀ ਸਮਾਜ ਵਿੱਚ ਅਗਰ ਅਸੀਂ ਉਹਨਾਂ ਦੇ ਜੰਗਲ ਕੱਟ ਕੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਸ਼ਹਿਰਾਂ ਦੇ ਵੱਲ ਆਉਣ ਅਤੇ ਅਸੀਂ ਉਹਨਾਂ ਦਾ ਰਿਹਾਇਸ਼ੀ ਉਹਨਾਂ ਦਾ ਬਰਬਾਦ ਕਰ ਦਿੱਤਾ ਅਤੇ ਸਾਡਾ ਧਰਮ ਬਣਦਾ ਹੈਗਾ ਕਿ ਉਹਨਾਂ ਦੀ ਰਿਹਾਇਸ਼ ਵਾਸਤੇ ਅਸੀਂ ਕੁਛ ਸੋਚੀਏ। ਅਤੇ ਉਹਨਾਂ ਵਾਸਤੇ ਵੀ ਸਾਨੂੰ ਡੌਗ ਸ਼ੈਲਟਰਸ, ਕੈਟ ਸ਼ੈਲਟਰਸ
ਜਾਂ ਕੈਟਲ ਸ਼ੈਲਟਰਸ ਕ੍ਰੀਏਟ ਕਰਨੇ ਚਾਹੀਦੇ ਆ। ਉਹਨਾਂ ਨੂੰ ਠੰਡਾਂ ਦੇ ਵਿੱਚ ਘੱਟ ਤੋਂ ਘੱਟ ਉੱਥੇ ਰੱਖਣਾ ਚਾਹੀਦਾ, ਉਹਨਾਂ ਨੂੰ ਫੂਡ ਪ੍ਰੋਵਾਈਡ ਕਰਨਾ ਚਾਹੀਦਾ, ਉਹਨਾਂ ਨੂੰ ਉਹਨਾਂ ਨੂੰ ਗਰਮ ਕੱਪੜੇ ਪ੍ਰੋਵਾਈਡ ਕਰਨੇ ਚਾਹੀਦੇ ਆ, ਪ੍ਰੋਪਰ ਉਹਨਾਂ ਨੂੰ ਹੀਟਿੰਗ ਫੈਸਿਲਿਟੀ ਦੇਣੀ ਚਾਹੀਦੀ ਆ, ਤਾਂ ਕਿ ਅਸੀਂ ਰੱਬ ਅੱਗੇ ਜਸਟੀਫਾਈ ਹੋ ਸਕੀਏ ਕਿ ਅਸੀਂ ਇਨਸਾਨਾਂ ਵਾਸਤੇ ਹੀ ਨਹੀਂ, ਅਸੀਂ ਪਸ਼ੂ ਪਕਸ਼ੀਆਂ ਵਾਸਤੇ ਵੀ ਆਪਣਾ ਕਰਤੱਵ ਨਿਭਾ ਰਹੇ ਹਾਂ। ਇਹ ਵੀ ਉਹਦੀ ਹੀ ਰਚਨਾ ਹੈਗੀ ਹੈ ਜਿਹਦੀ ਰਚਨਾ ਤੁਸੀਂ ਹੈਗੇ। ਬਾਈ ਸਾਹਿਬ, ਜਿਸ ਤਰ੍ਹਾਂ ਦੇਖਿਆ ਕਿ ਤੁਸੀਂ ਇੱਕ ਕਾਫੀ ਵਧੀਆ ਉਪਰਾਲਾ ਕਿ ਲੋਕਾਂ ਨੂੰ ਠੰਡ ਤੋਂ ਬਚਾਅ ਕਰਨ ਵਾਸਤੇ ਕੰਬਲ ਦੇ ਰਹੇ ਹੋ ਜਾਂ ਹੋਰ ਉਹਨਾਂ ਨੂੰ ਵੀ ਫੂਡ ਵਗੈਰਾ ਵੀ ਪ੍ਰੋਵਾਈਡ ਕਰਵਾਉਂਦੇ ਹੋ, ਗਰੀਬਾਂ ਦੀ ਵੀ ਤੁਸੀਂ ਮਦਦ ਕਰਦੇ ਹੋ, ਔਰ ਜਿਹੜੇ ਐਨੀਮਲ ਲਵਰ ਵੀ ਤੁਸੀਂ ਹੈਗੇ ਹੋ। ਕਈ ਲੋਕ ਹੁੰਦੇ ਨੇ ਕਿ ਇਸ ਪਾਸੇ ਨਹੀਂ ਮੁੜਦੇ, ਕੀ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਇਹਨਾਂ ਕੰਮਾਂ ਤੋਂ ਦੂਰ ਰਹਿੰਦੇ ਨੇ? ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਪਾਰਟੀਆਂ ਵਿੱਚੋਂ ਜਾਂਦੇ ਹੈਗੇ ਆ, ਆਪਣੇ ਐਸ਼ੋ ਆਰਾਮ ਦਾ ਸਮਾਨ ਉਹਨਾਂ ਨੇ ਇਕੱਠਾ ਕਰ ਲਿਆ, ਉਹਨੂੰ ਵਰਤ ਵੀ ਰਹੇ ਆ, ਹੰਡਾ ਵੀ ਰਹੇ ਆ, ਪਰ ਇਹ ਲੋਕਾਂ ਵਾਸਤੇ ਵੀ ਕੁਝ ਸੋਚਣਾ ਚਾਹੀਦਾ। ਘੱਟ ਤੋਂ ਘੱਟ 2 ਮਿੰਟ ਬਹਿ ਕੇ ਆਪਣੇ ਇਕੱਲੇ ਕਮਰੇ 'ਚ ਬਹਿ ਕੇ ਇਹ ਤਾਂ ਸੋਚੋ ਕਿ ਅਗਰ ਸਾਡੇ ਕੋਲ ਇਹ ਸਾਰੀ ਫੈਸਿਲਿਟੀਜ਼ ਨਾ ਹੋਣ, ਅਸੀਂ ਕਿਤੇ ਸਲੰਪ 'ਚ ਜੰਮੇ ਹੋਈਏ, ਇੰਨੀ ਠੰਡ ਵਾਲਾ ਮੌਸਮ ਹੋਏ, ਅਸੀਂ ਨੰਗੇ ਪਿੰਡੇ ਅੰਦਰ ਬੈਠੇ ਹੋਈਏ, ਤੇ ਸਾਡੇ 'ਤੇ ਕੀ ਬੀਤੇਗੀ। ਜੋ ਉਹਨਾਂ ਦੀ ਵਿਅਥਾ ਅਸੀਂ ਸਮਝਾਂਗੇ। ਤੁਸੀਂ ਹੋਰ ਬਹੁਤਾ ਨਾ ਕਰੋ, 10 ਮਿੰਟ ਹੀ ਬਾਹਰ ਖੜੇ ਹੋ ਜਾਓ ਬਗੈਰ ਸਵੈਟਰ ਪਾਏ ਇਹ ਪੋਹ ਦੇ ਮਹੀਨੇ ਵਿੱਚ, ਤੇ ਸੋਚੋ ਕਿ ਜਿਹੜੇ ਬੰਦੇ ਦਿਨ ਰਾਤ ਬਾਹਰ ਬੈਠੇ ਆ ਬਗੈਰ ਸਵੈਟਰ ਦੇ, ਬਗੈਰ ਕੱਪੜਿਆਂ 'ਤੇ, ਉਹ ਕੀ ਮਤਲਬ ਆਪਣੇ ਆਪ ਨੂੰ ਕੀ ਮਹਿਸੂਸ ਕਰ ਰਹੇ ਹੋਣਗੇ। ਤੁਹਾਨੂੰ ਆਪ ਹੀ ਮਹਿਸੂਸੀਅਤ ਤੁਹਾਡੇ 'ਚ ਕ੍ਰੀਏਟ ਹੋ ਜਾਏਗੀ। ਤੇ ਉਸ ਟਾਈਮ ਅਗਰ ਤੁਸੀਂ ਜਦੋਂ ਕਿਤੇ ਥੋੜ੍ਹਾ ਬਹੁਤਾ ਉਹਨਾਂ ਦੀ ਮਦਦ ਕਰੋਗੇ ਜਾਂ ਜ਼ਰੀਆ ਬਣੋਗੇ, ਤੇ ਤੁਹਾਨੂੰ ਜੋ ਆਨੰਦ ਦੀ ਪ੍ਰਾਪਤੀ ਉਦੋਂ ਹੋਏਗੀ, ਜੋ ਰੂਹਾਨੀਅਤ ਦੀ ਪ੍ਰਾਪਤੀ ਉਦੋਂ ਹੋਏਗੀ, ਉਹ ਕਦੀ ਵੀ ਨਹੀਂ ਹੋਏਗੀ। ਤੁਸੀਂ ਸਿੱਧੇ ਉਸ ਵਾਹਿਗੁਰੂ ਸਾਹਿਬ ਨਾਲ ਜੁੜੋਗੇ। ਜਿਸ ਤਰ੍ਹਾਂ ਇਹ ਐਡਵੋਕੇਟ ਬਾਇਆ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਕਿ ਜਦ ਵੀ ਇਹ ਘਰੋਂ ਜਾਂਦੇ ਨੇ ਤੇ ਤਾਂ ਲੋਕਾਂ ਦੀ ਮਦਦ ਕਰਦੇ ਨੇ, ਅਵਾਰਾ ਪਸ਼ੂ ਦੀ ਮਦਦ ਕਰਦੇ ਨੇ, ਔਰ ਜਦ ਆਪਣੇ ਦਫ਼ਤਰੋਂ ਕੰਮ ਕਰਨ ਤੋਂ ਬਾਅਦ ਘਰ ਜਾਂਦੇ ਨੇ ਫਿਰ ਵੀ ਇਹ ਮਦਦ ਕਰਦੇ ਨੇ। ਔਰ ਜਿਸ ਤਰ੍ਹਾਂ ਅੱਜ ਕੱਲ੍ਹ ਠੰਡ ਦਾ ਮਹੀਨਾ, ਪੋਹ ਦਾ ਮਹੀਨਾ ਚੱਲਦਾ ਪਿਆ, ਕਾਫੀ ਠੰਡ ਹੈਗੀ ਆ, ਔਰ ਇਹਨਾਂ ਨੇ ਉਹ ਲੋਕਾਂ ਨੂੰ ਅਪੀਲ ਕੀਤੀ ਹੈ ਜਿਹੜੀ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹੈਗੇ ਨੇ, ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਵੀ ਸਮਾਜ ਦੇ ਵਿੱਚ ਆਪਣਾ ਸਿਰ ਉੱਚਾ ਕਰਕੇ ਜੀ ਸਕਣ। ਪਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ, ਡੇਲੀ ਟਾਈਮਸ ਪੰਜਾਬੀ।